मैं हाँ गगन बेदी ते अज दी ये इंटरव्यू बेहद खास होने वाली है क्योंकि ये ਜਿਹੜੀ ਇੰਟਰਵਿਊ ਹੈ ਇਹ ਤੁਹਾਨੂੰ ਸੱਚੀ ਜਾਣਿਓ ਅਸਲ ਮਾਇਨਿਆਂ ਦੇ ਵਿੱਚ ਜੇਕਰ ਤੁਸੀਂ ਸਭ ਕੁਝ ਸਮਝ ਲਵੋ ਤਾਂ ਤੁਹਾਨੂੰ ਕਰੋੜਪਤੀ ਇਹ ਇੰਟਰਵਿਊ ਬਣਾ ਸਕਦੀ ਹੈ। ਇਕੱਲਾ ਕਰੋੜਪਤੀ ਨਹੀਂ ਕਈ ਕਰੋੜਪਤੀ ਬਣਾ ਸਕਦੀ ਹੈ। ਤਾਂ ਤੁਸੀਂ ਸਭ ਤੋਂ ਪਹਿਲਾਂ ਇਹ ਕਤਾਰ ਦੇਖੋ, ਇਹ ਪੌਦਿਆਂ ਦੀ ਜਿਹੜੀ ਕਤਾਰ ਦੇਖੋ। ਮੈਂ ਟੋਨੀ ਨੂੰ ਕਹੂੰਗਾ ਜੇ ਥੋੜਾ ਜਿਹਾ ਮੈਨੂੰ ਫੋਲੋ ਕਰੇ ਤਾਂ ਦਿਖਾਈਏ। ਤਾਂ ਤੁਸੀਂ ਇਹ ਕਤਾਰ ਦੇਖੋ, ਇਹ ਪੌਦੇ ਬਹੁਤ ਖਾਸ ਨੇ ਜੀ। ਇਹ ਕੋਈ ਆਮ ਪੌਦਾ ਨਹੀਂ ਹੈ। ਜੇ ਤੁਹਾਨੂੰ ਲੱਗੇ ਕਿ ਕੋਈ ਆਇਡੈਂਟੀਕਲ ਹੈ ਕਿਸੇ ਹੋਰ ਪੌਦੇ ਦੇ ਨਾਲ ਤਾਂ ਐਸਾ ਕੁਝ ਵੀ ਨਹੀਂ ਹੈ। ਇਹ ਦੋਸਤੋ ਚੰਦਨ ਦਾ ਪੌਦਾ ਹੈ ਜਿਹੜਾ ਸਭ ਤੋਂ ਮਹਿੰਗੀ ਜਿਹਦੀ ਲੱਕੜ ਜਿਹੜੀ ਮੰਨੀ ਜਾਂਦੀ ਹੈ। ਜੇ ਤੁਸੀਂ ਇੰਟਰਨੈਟ ਤੇ ਸਰਚ ਕਰੋ ਤਾਂ ਚੰਦਨ ਦੀ ਨਾ ਸਿਰਫ ਲੱਕੜ ਬਹੁਤ ਮਹਿੰਗੀ ਹੈ, 26,000 ਰੁਪਏ ਦੇ ਨੇੜੇ ਕਿਹਾ ਜਾਂਦਾ, 26,000 ਰੁਪਏ ਕਿਲੋ ਹੈ ਲੱਕੜ ਦਾ ਜਿਹੜਾ ਰੇਟ ਹੈ। ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਹੋਰ ਵੀ ਕਹਿੰਦੇ ਮਹਿੰਗੀ ਵਿਕਦੀ ਹੈ। ਤੇ ਜਿਹੜੀ ਇਹਦੀ ਲੱਕੜ ਹੈ ਸਿਰਫ ਇਹੀ ਕੀਮਤੀ ਨਹੀਂ ਹੈ, ਇਹਦੀ ਇੱਕ ਇੱਕ ਪੱਤੀ, ਇਹਦੀਆਂ ਜੜ੍ਹਾਂ ਦੇ ਵਿੱਚੋਂ ਨਿਕਲਦਾ ਤੇਲ, ਤਾਂ ਇਸ ਤੋਂ ਇਲਾਵਾ ਜਿਹੜੀ ਆਸ-ਪਾਸ ਦੀ ਮਿੱਟੀ ਹੁੰਦੀ ਹੈ ਉਹ ਵੀ ਬਹੁਤ ਜ਼ਿਆਦਾ ਕੀਮਤੀ ਹੈ। ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਵਾਂ ਜੋ ਚੀਜ਼ ਹੈ, ਜਿਹੜੀ ਚੀਜ਼ ਵੱਡੀ ਜਿਹੜੀ ਖਿੱਚ ਦਾ ਕੇਂਦਰ ਬਣਦੀ ਹੈ। ਤਾਂ ਤੁਸੀਂ ਦੇਖੋ ਜਿਹੜਾ ਇਹ ਬੋਰਡ ਲੱਗਾ 500 ਚੰਦਨ ਦੇ ਪੇੜ ਨਾਲ ਤੁਸੀਂ 10 ਕਰੋੜ ਰੁਪਏ ਕਮਾ ਸਕਦੇ ਹੋ 12 ਸਾਲ ਦੇ ਵਿੱਚ। ਅੱਜ ਦੇ 100 ਰੁਪਏ, ਕੱਲ੍ਹ ਦਾ 2 ਲੱਖ ਰੁਪਇਆ। ਤਾਂ ਇਹ ਬਹੁਤ ਵੱਡੀ ਚੀਜ਼ ਹੈ। ਤਾਂ ਤੁਹਾਡੀ ਗੱਲ ਵੀ ਕਰਵਾਵਾਂਗੇ। ਸਾਡੇ ਨਾਲ ਭਾਜੀ ਮੌਜੂਦ ਰਹਿਣਗੇ, ਰੈਡੀਸਨ ਪਲਾਂਟੇਸ਼ਨ ਤੋਂ ਨੇ। ਬਾਈ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗੇ। ਔਰ ਇਹ ਤੁਸੀਂ ਦੇਖ ਰਹੇ ਹੋ ਜੀ ਚੰਦਨ ਦੀ ਖੇਤੀ, ਇਹ ਬਹੁਤ ਨਵੀਂ ਚੀਜ਼ ਹੈ। ਬਹੁਤ ਤੁਸੀਂ ਇਸ ਤੋਂ ਜਿਹੜਾ ਜਿਹਨੂੰ ਪੰਜਾਬੀ 'ਚ ਕਹਿ ਦਈਏ ਤਾਂ ਮਾਲਾ ਮਾਲ ਹੋ ਸਕਦੇ ਹੋ। ਚੰਦਨ ਦਾ ਜਿਹੜਾ 12 ਸਾਲ ਦਾ ਬੂਟਾ ਜਦੋਂ ਵਿਕਦਾ ਤਾਂ ਇੱਕ ਬੂਟੇ ਦੇ ਵਿੱਚੋਂ ਮੈਨੂੰ ਲੱਗਦਾ ਕਿ 10 ਲੱਖ ਰੁਪਏ ਇੱਕ ਬੂਟੇ 'ਚੋਂ ਹੀ ਬਣ ਜਾਂਦਾ। ਸਾਡੇ ਨਾਲ ਮੌਜੂਦ ਰਹਿਣਗੇ ਬਾਈ ਜੀ ਨੇ ਰੈਡੀਸਨ ਪਲਾਂਟੇਸ਼ਨ ਤੋਂ। ਭਾਜੀ ਸਵਾਗਤ ਹੈ ਜੀ। ਥੈਂਕ ਯੂ ਸਰ। ਭਾਜੀ ਇਹ ਜਿਹੜੀ ਇਹ ਚੀਜ਼ਾਂ ਤੁਸੀਂ ਕਰ ਲਈਆਂ, ਤੁਸੀਂ ਤਾਂ ਜਿਵੇਂ ਆਮ ਤੌਰ 'ਤੇ ਕਿਹਾ ਜਾਂਦਾ ਕਿ ਖੇਤੀ ਘਾਟੇ ਦਾ ਸੌਦਾ ਰਹਿ ਗਈ, ਜਾਂ ਹੁਣ ਤਾਂ ਜਿਹੜਾ ਕਿਸਾਨਾਂ ਦੇ ਉੱਤੇ ਬਹੁਤ ਜ਼ਿਆਦਾ ਨਜ਼ਰਾਂ ਨੇ ਸਭ ਦੀਆਂ। ਕਿਸਾਨ ਇੱਕ ਆਪਣੀ ਹੋਂਦ ਦੀ ਲੜਾਈ ਵੀ ਲੜ ਰਹੇ ਨੇ, ਪਰ ਮੈਨੂੰ ਲੱਗਦਾ ਕਿ ਜੇ ਸਾਰਿਆਂ ਤੱਕ ਇਹ ਚੀਜ਼ ਜਾਵੇ ਤਾਂ ਇਹ ਤਾਂ ਬਹੁਤ ਜ਼ਿਆਦਾ ਮੁਨਾਫੇ ਦਾ ਸੌਦਾ। सर ये चंदन है। अभी तक तो लोगों को ये पता था कि चंदन सबसे महंगी चीज़ है, बट ये लोगों को ये नहीं पता था कि हमारे हरियाणा, पंजाब, उत्तर प्रदेश में भी चंदन हो सकता है। और जब मैंने ये शुरू करा था 4 साल पहले, तो मैंने कभी ये पौधा भी नहीं देखा था। आज मैं आपको दिखा सकता हूँ। ये हमारे पास 2.5 साल के पौधे हैं जो ज़मीन में लगे हुए हैं, और ये 14-14, 15-15 फीट तक क्रॉस कर गए हैं। और आप जो यहाँ पे खड़े हो, ये है करनाल में रेडिसन प्लांटेशन चंदन वाला मुझे लोग बोलते हैं क्योंकि मेरे से पहले किसी ने चंदन की खेती करी नहीं। नाम ही चंदन वाले पै गया। नाम ही चंदन वाले पै गया जी। तो विलेज चोरा है, ये घरोंडा ब्लॉक में पड़ता है। और अगर आपको फ़ोन करना है तो आप सारी जानकारी फ़ोन पे ले सकते हो। जो नंबर है 8826388900 और 94-161-33-047। तो आप सारी इन्फॉर्मेशन भी ले सकते हो। ਅੱਛਾ ਭਾਜੀ ਥੋੜਾ ਜਿਹਾ ਦੱਸੋ, ਲੋਕਾਂ ਦੇ ਵਿੱਚ ਉਤਸੁਕਤਾ ਬਹੁਤ ਹੋਊਗੀ। ਇਹ ਇੱਕ ਵਾਰ ਫਿਰ ਤੋਂ ਦਿਖਾਈਏ। ਇਹ ਚੰਦਨ ਦਾ ਬੂਟਾ ਹੈ, ਇਹ ਹੈਗਾ ਇਹ 3 ਕੁ ਸਾਲ ਦਾ ਵਾ। ਇਹ 2.5 ਸਾਲ ਦਾ ਹੈਗਾ ਜੀ। 2.5 ਸਾਲ ਦਾ ਬੂਟਾ। ਤੇ ਇਹ ਤੁਸੀਂ ਜਿਵੇਂ ਦੱਸਿਆ ਵਾ ਕਿ 1 ਏਕੜ ਤੋਂ 12 ਸਾਲ ਦੇ ਵਿੱਚ ਜੇਕਰ ਸਭ ਕੁਝ ਹਾਲਾਤ ਤੁਹਾਡੇ ਅਨੁਕੂਲ ਰਹਿ ਜਾਣ ਤਾਂ ਤੁਸੀਂ 30 ਕਰੋੜ ਰੁਪਏ ਕਮਾ ਸਕਦੇ ਹੋ। पाजी 2016 के अंदर चंदन का रेट 19,500 था किलो। अंतर्राष्ट्रीय बाजार है, सारा एक्सपोर्ट होता है माल, जो अब 2019 में 26,500 रुपये किलो हो गया। और पिछले 40 साल से एक बार भी चंदन का रेट नहीं टूटा है। 1780 के अंदर ये पौधा सरकारी हुआ था, 2017 में जाके किसानों को वापस दिया गया, बट ये जानकारी किसानों को नहीं है। ਇਹ ਹੁਣ ਇਹਦਾ ਸਾਰਾ ਜਿਹੜਾ ਹੈਗਾ ਵਾ ਸਿਸਟਮ, ਇਹ ਕਹਿੰਦੇ ਪਟਵਾਰੀ ਤੋਂ ਤਸਦੀਕ ਵੀ ਕਰਾਉਣਾ ਪੈਂਦਾ, ਸਾਰਾ ਕੁਝ ਕਰਾਉਣਾ ਪੈਂਦਾ। ਸਰਕਾਰ ਬਾਅਦ ਚੋਂ ਇਹਦਾ ਸਾਰਾ ਠੇਕਾ ਲੈ ਲੈਂਦੀ ਹੈ। 2017 से पहले अगर आपने चंदन की खेती करनी थी तो आपको सरकार से परमिशन लेनी पड़ेगी। बट 2017 के बाद अगर आपने खेती करनी है तो आपको परमिशन लेने की ज़रूरत नहीं है। अगर आपको रजिस्टर्ड कराना है तो आपको पटवारी में करवा सकते हो। वो उन केस के लिए है जैसे आपकी एक्वायर हो रही है, गवर्नमेंट एक्वायर कर रही है, तो उसमें आप दिखा सकते हो कि हाँ भाई मेरे चंदन के बूटे लगे हुए हैं, तस्दीक किया हुआ है। और अगर फॉर्मल करना हो तो पटवारी के पास आप जाके लिखवा सकते हो। ਅੱਛਾ ਥੋੜਾ ਜਿਹਾ ਦੱਸੋ ਹੁਣ ਬਾਈ ਜੀ, ਇਹ ਜਿਹੜਾ ਪੌਦਾ ਇਹਦਾ ਲਾਉਣ ਦਾ ਕੀ ਤਰੀਕਾ ਕੀ ਆ? ਕਿਉਂਕਿ ਜੇ ਐਡੀ ਮਹਿੰਗੀ ਤੁਸੀਂ 30 ਕਰੋੜ ਰੁਪਇਆ ਕਿੱਲੇ ਤੋਂ ਲੈ ਸਕਦੇ ਹੋ ਤਾਂ ਮਿਹਨਤ ਵੀ ਬਹੁਤ ਹੋਊਗੀ, ਇਹਦਾ ਬੜਾ ਇਹਦਾ ਖਿਆਲ ਹੋਊਗਾ, ਖਾਸ ਤਕਨੀਕਾਂ ਹੋਣਗੀਆਂ ਲਾਉਣ ਦੀ। ਔਰ ਥੋੜਾ ਜਿਹਾ ਦੱਸੋ ਕਿ ਆਹ ਵਿੱਚ ਜਿਹੜੇ ਤੁਸੀਂ ਪੌਦੇ ਲਗਾਏ ਹੋਏ ਆ ਆਹ ਕੀ ਚੀਜ਼ ਆ? ਕਿਉਂਕਿ ਇੱਧਰ ਵੀ ਦੇਖੋ ਤਾਂ ਤੁਸੀਂ ਚੰਦਨ ਆ, ਉਧਰ ਵੀ ਚੰਦਨ ਆ, ਤਾਂ ਵਿਚਕਾਰ ਇਹ ਪੌਦੇ ਲਾਏ ਹੋਏ ਨੇ, ਚੀੜ ਦੇ ਪੇੜ ਨੇ ਇਹ ਮੇਰੇ ਖਿਆਲ। ਇਹ ਚੀੜ ਨਹੀਂ ਹੈਗਾ ਜੀ, ਸਰੂ ਹੈਗਾ। ਇਹ ਪੈਰਾਸਾਈਟ ਪੌਦਾ ਹੈਗਾ। ਪੈਰਾਸਾਈਟ ਪੌਦੇ ਉਹ ਹੁੰਦੇ ਆ ਜਿਹੜਾ ਆਪਣਾ ਖਾਣਾ ਖੁਦ ਨਹੀਂ ਬਣਾ ਸਕਦੇ।
ਤੇ ਇਹ ਨਿਊਟ੍ਰੀਐਂਟਸ ਦੂਸਰੇ ਪੌਦੇ ਤੋਂ ਲੈਂਦਾ ਹੈ। ਚੰਦਨ ਦਾ ਪੈਰਾਸਾਈਟ ਇਹ ਪੌਦਾ ਇਹ ਹੈਗਾ। ਜਿਹੜਾ ਵਾਈਟ ਸੈਂਡਲਵੁੱਡ ਹੈਗਾ ਉਹ ਪੈਰਾਸਾਈਟ ਪੌਦਾ ਹੈਗਾ, ਜਿਹੜਾ ਰੈੱਡ ਹੈਗਾ ਉਹ ਪੈਰਾਸਾਈਟ ਨਹੀਂ ਹੈਗਾ। ਠੀਕ ਹੈ। ਵਾਈਟ ਚੰਦਨ ਉਧਰ ਲੱਗੇਗਾ ਜਿੱਧਰ pH 6.5 ਤੋਂ 9 ਹੈਗੀ ਆ, ਜੇ ਰੈੱਡ ਉਧਰ ਲੱਗੇਗਾ ਜਿਹੜੀ pH 4.5 ਤੋਂ ਲੈ ਕੇ 6.5 ਦੀ ਹੈਗੀ। ਆਪਣੇ ਨਾਰਥ ਇੰਡੀਆ 'ਚ ਇਹ pH ਨਹੀਂ ਹੈਗੀ ਤੇ ਆਪਣਾ ਸਾਰਾ ਐਟਮੋਸਫੇਅਰ ਸੂਟ ਕਰਦਾ ਹੈ ਵਾਈਟ ਸੈਂਡਲਵੁੱਡ ਨੂੰ। ਮੈਂ ਕੀਤੀ ਹੋਈ ਹੈ ਰੈੱਡ ਸੈਂਡਲ ਤੇ ਵੀ, ਬਟ ਉਹ ਸਕਸੈਸਫੁਲ ਨਹੀਂ ਹੋ ਪਾਇਆ, ਵਾਈਟ ਸਕਸੈਸਫੁਲ ਹੋ ਗਿਆ। ਤੇ ਜਿਹੜੀ ਜੇ ਕੀਮਤ ਦੀ ਗੱਲ ਕਰੀਏ ਵਾਈਟ ਜਿਹੜੀ ਹੈਗੀ ਆ ਤੇ ਰੈੱਡ ਹੈਗੀ ਆ, ਜ਼ਿਆਦਾ ਦੋਨਾਂ ਚੋਂ ਕੀਮਤ ਵਾਈਟ ਦੀ ਹੁੰਦੀ ਹੈ। ਕਰੰਟ ਜਿਹੜੀ ਹੈਗੀ ਆ 2.5 ਕਰੋੜ ਰੁਪਏ ਟਨ ਹੈਗੀ ਆ ਵਾਈਟ ਦੀ, ਤੇ 1.5 ਕਰੋੜ ਰੁਪਏ ਟਨ ਹੈਗੀ ਤੁਹਾਡੀ ਲਾਲ ਦੀ। ਤੇ ਕਰੰਟ ਸਟੇਟਸ ਇਸ ਦਾ ਇਹ ਮਹਿੰਗਾ ਹੈਗਾ। ਹੁਣ ਲੋਕੀ ਕਹਿੰਦਾ ਹੈ ਕਿ ਸਾਡੇ ਕੋਲ ਕਿਵੇਂ ਸਾਨੂੰ ਪ੍ਰਾਈਸ ਦਾ ਕਿਵੇਂ ਪਤਾ ਚੱਲੇ, ਤੇ ਕਰਨਾਟਕ ਗवर्नमेंट वेबसाइट ਤੇ ਮੈਂਸ਼ਨਡ ਹੈਗਾ कि पर केजी प्राइस 26,500 है। उसमें आप एवरेज लगा के चलो 19-20 किलो हर प्लांट में 18 किलो निकल जाएगी, तो 5 से 6 लाख रुपए का पर प्लांट आपका आसानी से जाएगा। ਮਤਲਬ ਇਹ ਮੰਨ ਕੇ ਚੱਲਿਆ ਜਾਵੇ ਜੇ ਹਲਾ ਬਿਲਕੁਲ ਸਾਰਾ ਕੁਝ ਸਹੀ ਰਹਿੰਦਾ ਹੈ ਤਾਂ ਇਹ ਪੌਦਾ ਹੋਰ 10 ਕੁ ਸਾਲਾਂ ਨੂੰ ਇਹ ਮਤਲਬ 6-6 ਲੱਖ ਦੇ ਹੋ ਜਾਣੇ ਆ ਪੌਦੇ। ਇੱਕ ਪੌਦੇ ਦੀ ਕੀਮਤ 5 ਤੋਂ 6 ਲੱਖ ਰੁਪਏ ਹੋਊਗੀ ਆਰਾਮ ਨਾਲ ਜੀ, ਕਿਉਂਕਿ ਤੁਸੀਂ ਅਗਰ ਵੇਖੋਗੇ ਤਾਂ 4 ਸਾਲਾਂ 'ਚ ਹੀ 5-6 ਹਜ਼ਾਰ ਰੁਪਏ ਕਿਲੋ ਵੱਧ ਗਿਆ, ਤੇ ਆਉਣ ਵਾਲੇ ਟਾਈਮ ਵਿੱਚ ਹੋਰ 5-6 ਕਿਲੋ ਵੱਧ ਗਿਆ ਤਾਂ ਪਰ ਪੌਦਾ ਹੀ 8-9 ਲੱਖ ਦਾ ਚਲੇ ਜਾਏਗਾ। ਹੁਣ ਅਸੀਂ ਤੁਹਾਨੂੰ ਜਿਹੜੇ ਦੱਸ ਰਹੇ ਹਾਂ ਉਹ ਹਾਰਡਵੁੱਡ ਦੀ ਗੱਲ ਦੱਸ ਰਹੇ ਹਾਂ। ਦੋ ਟਾਈਪ ਦੀ ਲੱਕੜ ਆਉਂਦੀ ਹੈਗੀ, ਇੱਕ ਸੈਫਵੁੱਡ ਆਉਂਦੀ ਹੈ, ਕਿ ਹਾਰਡਵੁੱਡ ਆਉਂਦੀ ਹੈ। ਅੱਛਾ, ਥੋੜਾ ਜਿਹਾ ਬਾਈ ਜੀ ਉਹਦਾ ਵੀ ਦੱਸੋ, ਜਿਹੜੀ ਸੈਫਵੁੱਡ ਤੁਸੀਂ ਕਹਿ ਰਹੇ ਹੋ ਉਹ ਕੀ ਚੀਜ਼ ਹੈਗੀ ਆ ਜੀ? ਜਿਹੜੀ ਲੱਕੜ ਪੱਕਦੀ ਹੈਗੀ ਆ ਉਹਨੂੰ ਹਾਰਡਵੁੱਡ ਬੋਲਦੇ ਆ ਜੀ। ਠੀਕ ਹੈ। ਜਿਹੜੀ ਤਿਆਰ ਹੋਣੀ ਆ, ਜਿਹੜੀ ਤਿਆਰ ਹੋਣੀ ਆ, ਜਿਹੜਾ ਉੱਪਰਲਾ ਹਿੱਸਾ ਹੈਗਾ ਉਹ ਸੈਫਵੁੱਡ ਹੈਗਾ। ਆਜੋ ਭਾਜੀ। ਜਿਹੜਾ ਤੁਸੀਂ ਆਨਲਾਈਨ ਵੇਖੋਗੇ ਉਹ ਤੁਹਾਨੂੰ ਸੈਫਵੁੱਡ ਦਾ ਰੇਟ ਦੱਸੇਗਾ 3000 ਤੋਂ 5000 8000 ਲਗਭਗ, ਬਟ ਹਾਰਡਵੁੱਡ ਤਾਂ ਬਹੁਤ ਮਹਿੰਗੀ, ਉਹ ਤੁਹਾਨੂੰ ਮਿਲਣੀ ਨਹੀਂ ਕਿੱਧਰ ਵੀ। ਹਾਰਡਵੁੱਡ ਤਾਂ ਸਾਰੀ ਐਕਸਪੋਰਟ ਹੋ ਜਾਂਦੀ ਹੈਗੀ। ਸਾਡੇ ਕੋਲ ਜਿਹੜੀ ਵਿਕਦੀ ਉਹ ਸੈਫਵੁੱਡ ਹੈਗੀ। ਉਹ ਪ੍ਰੀਮੀਅਮ ਕੁਆਲਿਟੀ ਹੁੰਦੀ ਹੈ ਜਿਹੜੀ। ਪ੍ਰੀਮੀਅਮ ਕੁਆਲਿਟੀ ਹੈਗੀ ਜੀ, ਉਹਦੇ 'ਚ ਖੁਸ਼ਬੂ ਆਉਂਦੀ ਹੈ, ਤੇਲ ਵੀ ਉਹਦੇ 'ਚ ਹੀ ਨਿਕਲਦਾ। ਉਹ ਇਹਨਾਂ 'ਚੋਂ ਵੀ ਨਿਕਲ ਆਉਂਦੀ ਆ। ਉਹ ਜਿਵੇਂ ਤਣਾ ਤੁਹਾਡਾ ਤਿਆਰ ਹੁੰਦਾ ਹੈਗਾ ਤਾਂ ਤਣੇ ਦੇ ਵਿਚਕਾਰ ਹੁੰਦੀ ਹੈ, ਹਰ ਇੱਕ ਪੌਦੇ ਦੀ ਟੈਸਟ ਕਰੀ ਜਾਂਦੀ ਹੈਗੀ ਕਿ ਇਸ ਇੰਚ ਕਿੰਨੀ ਹਾਰਡਵੁੱਡ ਆਈ ਹੋਈ ਹੈ, ਉਸ ਬੇਸਿਸ ਨਾਲ ਉਹਨੂੰ ਕੱਟਦੇ ਹੈਗੇ। ਠੀਕ ਹੈ। ਉਹਦੀ ਕੀਮਤ ਜਿਵੇਂ ਇਹਦੀ ਆਪਾਂ 26000 ਰੁਪਏ ਤੁਸੀਂ ਕਹੀ 26500, ਤਾਂ ਉਹਦੀ ਹੋਰ ਵੀ ਵੱਧ ਹੁੰਦੀ ਆ? ਨਹੀਂ, ਉਹ ਹਾਰਡਵੁੱਡ ਦਾ ਹੈਗਾ। ਠੀਕ ਹੈ। ਹਾਰਡਵੁੱਡ ਦਾ ਪ੍ਰਾਈਸ 26500 ਦਾ ਹੈਗਾ। ਤੁਹਾਡਾ ਸੈਫਵੁੱਡ ਹੈਗਾ ਉਹ 3 ਤੋਂ 8000 ਰੁਪਏ ਕਿਲੋ ਜਾਂਦੀ ਹੈ। ਠੀਕ ਹੈ, ਠੀਕ ਹੈ। ਤਾਂ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ। ਹੋਰ ਵੀ ਬਾਈ ਜੀ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਤਾਂ ਤੁਸੀਂ ਇਹ ਦੇਖੋ, ਆ ਤੁਹਾਨੂੰ ਇੱਕ ਹੋਰ ਚੀਜ਼ ਦਿਖਾਈਏ, ਜੇ ਟੋਨੀ ਫੋਲੋ ਕਰੇ ਮੈਨੂੰ। ਆਜੋ ਭਾਜੀ। ਆ ਦੇਖੋ ਤੁਸੀਂ, ਇਹ ਸਾਰੇ ਜਿਹੜੇ ਇਹ ਚੰਦਨ ਲੱਗਿਆ ਹੋਇਆ ਜੀ, ਸਾਰਾ ਇਹ ਚੰਦਨ ਹੈ ਇੱਧਰ, ਤੇ ਉਧਰ ਇਹ ਆਪਣਾ ਇੱਥੇ ਜਿਹੜੇ ਤਿਆਰ ਕਰ ਰਹੇ ਨੇ ਚੰਦਨ ਦੇ ਪੌਦੇ, ਇਹਨਾਂ ਵੱਲੋਂ ਤਿਆਰ ਵੀ ਕੀਤੇ ਜਾ ਰਹੇ ਨੇ। ਆਜੋ ਭਾਜੀ, ਨਾਲ ਦਿਖਾਈ ਜੀਏ, ਕਿਉਂਕਿ ਇਹ ਤਸਵੀਰਾਂ ਜ਼ਰੂਰ ਪਹੁੰਚਣੀਆਂ ਚਾਹੀਦੀਆਂ ਨੇ, ਕਿਉਂਕਿ ਕਿਸਾਨ ਬਹੁਤ ਮਿਹਨਤ ਕਰਦਾ। ਤਾਂ ਮੈਨੂੰ ਲੱਗਦਾ ਕਿ ਜੇਕਰ ਤਕਨੀਕ ਦਾ ਹਾਣੀ ਬਣ ਜਾਵੇ ਕਿਸਾਨ, ਤਾਂ ਬਹੁਤ ਪੈਸੇ ਕਮਾ ਸਕਦਾ, ਤਾਂ ਖੇਤੀ ਤੋਂ ਵੱਧ ਕੋਈ ਮੁਨਾਫੇ ਦਾ ਸੌਦਾ ਹੋ ਨਹੀਂ ਸਕਦਾ। ਬਾਈ ਜੀ, ਅੱਧਾ ਕਿੱਲਾ ਜਗ੍ਹਾ ਇਹ ਤੁਹਾਡੀ? ਇਹ ਜੀ ਸਾਡੀ ਜਿਹੜੀ ਨਰਸਰੀ ਹੈਗੀ ਉਹ ਅੱਧੇ ਕਿੱਲੇ 'ਚ ਹੈਗੀ, 3 ਏਕੜ ਹੋਰ ਲੱਗੇ ਹੋਏ ਆ। ਅਸੀਂ ਜਿਹੜੇ ਵੀ ਕਿਸਾਨ ਆਂਦੇ ਹੈਗੇ ਆ ਉਹਨੂੰ ਪਹਿਲਾਂ ਟ੍ਰੇਨਿੰਗ ਦਿੰਦੇ ਹੈਗੇ ਆ, ਸਾਰਾ ਸਮਝਾਉਂਦੇ ਹੈਗੇ ਕਿ ਚੰਦਨ ਕਿਵੇਂ ਕਰਨਾ ਹੈਗਾ, ਔਰ ਕੀ ਚੀਜ਼ ਅਸੀਂ ਚੰਦਨ ਵਿੱਚ ਕਰਦੇ ਹੈਗੇ ਆ, ਸੋ ਦੈਟ ਸਾਡਾ ਐਕਸਪੋਜ਼ਰ ਵੀ ਹੋਏ। ਕਿਸਾਨ ਨੂੰ ਇਹ ਨਾ ਹੋਏ ਕਿ ਭਾਈ ਮੈਂ ਗਿਆ ਪੌਦੇ ਲਗਾਏ ਮਰ ਗਏ, ਉਹ ਚੀਜ਼ ਨਹੀਂ ਹੋਣੀ ਚਾਹੀਦੀ ਹੈ। ਤੁਹਾਨੂੰ ਪੂਰੇ ਇੱਧਰ ਆ ਕੇ ਨੌਲੇਜ ਮਿਲੇਗੀ ਕਿਵੇਂ ਲਗਾਉਣਾ ਹੈ, ਕੀ ਕਰਨਾ ਹੈ ਔਰ ਕੀ ਨਹੀਂ ਕਰਨਾ ਹੈਗਾ। ਕਿਉਂਕਿ ਇਹ ਬੂਟਾ ਜਿਹੜਾ ਹੈਗਾ ਇਹ ਸਾਊਥ ਸਾਈਡ ਦਾ ਬੂਟਾ ਹੈਗਾ। ਠੀਕ ਹੈ। ਅਸੀਂ ਨਾਰਥ ਇੰਡੀਆ 'ਚ ਹੈਗੇ ਆ, ਤੇ ਹਰ ਚੀਜ਼ ਦਾ ਡਿਫਰੈਂਸ ਹੈਗਾ, ਤੇ ਅਸੀਂ ਆਪਣੇ ਹਿਸਾਬ ਨਾਲ ਨਹੀਂ ਬੂਟਾ ਚਲਾਣਾ, ਬੂਟੇ ਦੇ ਨਾਲ ਅਸੀਂ ਆਪਣੇ ਆਪ ਨੂੰ ਢਾਲਣਾ ਹੈਗਾ। ਤੇ ਅਸੀਂ ਉਹ ਕਰਦੇ ਹਾਂ ਕਿ ਹਰ 3-4 ਮਹੀਨੇ ਜਿਸੇ ਤੁਸੀਂ ਬੂਟੀ ਲੈ ਕੇ ਗਏ ਹੋ, ਜੋ ਵੀ ਕੰਮ ਕਰਨਾ ਤੁਹਾਨੂੰ ਸਾਰਾ ਪੁੱਛ ਕੇ ਕਰਨਾ ਸਾਡੇ ਕੋਲ, ਤਾਂ ਕਿ ਤੁਹਾਨੂੰ ਪਤਾ ਚੱਲ ਜਾਏ ਕਿ ਕੀ ਕੰਮ ਕਰਨਾ ਔਰ ਤੁਸੀਂ ਕੋਈ ਗਲਤੀ ਨਾ ਕਰੋ। ਠੀਕ ਹੈ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਇੱਥੇ ਕਿੰਨੇ ਪੌਦੇ ਲਗਾਏ ਹੋਏ ਨੇ? ਇਹ ਜੀ 1 ਏਕੜ 'ਚ ਨੀਅਰ ਅਬਾਊਟ 500 ਬੂਟਾ ਲੱਗਦਾ। 500 ਬੂਟੇ 'ਚ ਤੁਹਾਡਾ ਜਿਹੜਾ ਮਤਲਬ 2 ਟਾਈਪ ਦੇ ਰਹਿੰਦੇ ਹੈਗੇ। ਅਗਰ ਤੁਸੀਂ ਖੇਤੀ ਕਰਨੀ ਹੈ ਤਾਂ 10 ਫੁੱਟ ਦਾ ਬੈੱਡ ਬਣੇਗਾ, ਅਗਰ ਖੇਤੀ ਨਹੀਂ ਕਰਨੀ ਤਾਂ 12 ਫੁੱਟ ਦਾ ਬੈੱਡ ਬਣੇਗਾ, ਔਰ ਵਿਚਕਾਰ ਅਗਰ 10 ਫੁੱਟ ਦਾ ਬੈੱਡ ਬਣੇਗਾ 20 ਫੁੱਟ ਜਗ੍ਹਾ ਛੁੱਟਦੀ ਹੈ। ਠੀਕ ਹੈ। 20 ਫੁੱਟ 'ਚ ਜਿਵੇਂ ਅਸੀਂ ਨਰਸਰੀ ਕੀਤੀ ਹੋਈ ਹੈ, ਇੱਧਰ ਪਿੱਛੇ ਕਣਕ ਬੋਈ ਹੋਈ ਹੈ, ਤੁਸੀਂ
20 ਫੁੱਟ 'ਚ ਆਪਣੀ ਕੋਈ ਮਰਜ਼ੀ ਖੇਤੀ ਕਰ ਸਕਦੇ ਹੋ। ਮਤਲਬ ਇਹ ਵੀ ਗੱਲ ਹੈਗੀ ਹੈ ਕਿ ਨਾਲ ਦੀ ਨਾਲ ਹੋਰ ਵੀ ਹੋ ਸਕਦੀ ਹੈ, ਨਾਲ ਦੀ ਖੇਤੀ ਕਣਕ ਵੀ ਚੱਲ ਸਕਦੀ ਹੈ ਜਾਂ ਹੋਰ ਚੀਜ਼ਾਂ ਵੀ, ਸਿਰਫ ਮੈਨੂੰ ਲੱਗਦਾ ਕਿ ਜ਼ਿਆਦਾ ਪਾਣੀ ਵਾਲੇ ਆਪਾਂ ਝੋਨਾ ਵਗੈਰਾ ਨਹੀਂ ਲਾ ਸਕਦੇ। ਬਸ ਪਾਣੀ ਵਾਲੀ ਚੀਜ਼ ਨਹੀਂ ਲਗਾਣੀ ਤੁਸੀਂ, ਤੇ 50% ਤਾਂ ਤੁਹਾਡੇ ਕੋਲ ਕਿੱਲਾ ਰਹੇਗਾ ਹੀ ਰਹੇਗਾ, ਸਿਰਫ 50% ਚੰਦਨ ਰਹੇਗਾ, ਤੁਸੀਂ ਸਾਰਾ ਖਰਚਾ ਪਾਣੀ ਆਪਣਾ ਅੱਧੇ ਕਿੱਲੇ ਤੋਂ ਕੱਢ ਸਕਦੇ ਹੈਗੇ। ਇਹ ਮੇਰਾ ਮੋਟਿਵ ਹੈਗਾ ਸੀ, ਕਿਉਂਕਿ ਕਿਸਾਨਾਂ 'ਚ ਇੰਨਾ ਹੀ ਜ਼ਿਆਦਾ ਉਹ ਵੀ ਨਹੀਂ ਹੈਗਾ, ਪੇਸ਼ੈਂਸ ਵੀ ਨਹੀਂ ਹੈਗੇ, ਤੇ ਨਾਲ ਇਨਵੈਸਟਮੈਂਟ ਵੀ ਕਰਨੀ ਹੈ, ਸਾਰਾ ਖਰਚਾ ਵੀ ਕੱਢਣਾ ਹੈ, ਤੇ ਅੱਧਾ ਕਿੱਲਾ ਤੁਹਾਨੂੰ ਦਿਆ ਜਾਏਗਾ, ਤੁਸੀਂ ਆਪਣੇ ਅੱਧੇ ਕਿੱਲੇ 'ਚ ਜਿੰਨੇ ਵੀ ਜਿਹੜੀ ਇਨਕਮ ਹੈ ਤੁਹਾਡੀ ਜਨਰੇਟ ਹੁੰਦੀ ਰਹੇ, ਬਹੁਤ ਸਾਲ ਤੁਹਾਡੀ ਜ਼ਮੀਨ ਜਿਹੜੀ ਆ ਬੁੱਕ ਨਾ ਹੋ ਜੇ। ਬੁੱਕ ਨਾ ਹੋ ਜਾਏ ਜੀ, ਰੈਗੂਲਰ ਇਨਕਮ ਬਣੀ ਰਹਿਣੀ ਚਾਹੀਦੀ ਹੈ, ਔਰ ਪੌਦੇ ਵੀ ਤਿਆਰ ਤੁਹਾਡੇ ਨਾਲ ਹੀ ਹੋ ਅੱਛਾ, ਜਾਣਗੇ। ਤੁਸੀਂ ਇਹ ਗੱਲ ਦੱਸੋ ਕਿ ਆ ਹੁਣ ਜਿੰਨਾ ਤੁਹਾਡੇ ਇੱਥੇ ਪੌਦੇ ਲੱਗੇ ਨੇ, ਆਪਾਂ ਮੋٹے ਤੌਰ ਤੇ ਜੇ ਲੋਕਾਂ ਨੂੰ ਦੱਸਣਾ ਹੋਵੇ, ਇਹ ਇੱਥੇ ਕਿੰਨੇ ਕੁ ਪੌਦੇ ਨੇ ਤੁਹਾਡੇ, ਔਰ ਕਿੰਨੀ ਕੀਮਤ ਹੋਊਗੀ ਇਹਦੀ ਜੇ ਆਪਾਂ ਲਾ ਕੇ ਚੱਲੀਏ? ਇਹ ਕਰੀਬ ਇੱਧਰ 300 ਬੂਟਾ ਲੱਗਿਆ ਹੋਇਆ ਹੈ। 300 ਬੂਟਾ ਅਗਰ ਤੁਸੀਂ 5 ਲੱਖ ਨਾਲ ਮਲਟੀਪਲਾਈ ਕਰੋਗੇ ਤਾਂ ਸਿੱਧਾ 15 ਕਰੋੜ ਆ ਗਿਆ। ਠੀਕ ਹੈ, ਇਹ 15 ਕਰੋੜ ਦੇ ਤੁਹਾਡਾ ਇੱਥੋਂ 15 ਕਰੋੜ ਜਨਰੇਟ ਹੋ ਸਕਦਾ ਵਾ। ਸਮਾਂ ਹੈਗਾ ਜਿਹੜਾ ਇਹਦਾ ਜਿਹੜਾ ਪੀਰੀਅਡ ਹੈਗਾ ਜੋ ਪੂਰਾ ਹੋ ਜਾਂਦਾ ਵਾ 10 ਤੋਂ ਜਿਹੜਾ 12 ਸਾਲ ਦਾ ਪੌਦਾ ਜਦੋਂ ਬਿਲਕੁਲ ਤਿਆਰ ਹੋ ਜਾਂਦਾ। ਔਰ ਤੁਸੀਂ ਇੱਕ ਵਾਰ ਮੈਂ ਫਿਰ ਕਹੂੰਗਾ ਟੋਨੀ ਨੂੰ ਆਹ ਦਿਖਾਇਆ ਜਾਵੇ ਤਾਂ ਦੇਖੋ, ਇਹ 2.5 ਸਾਲ ਦਾ ਬੂਟਾ ਹੈਗਾ ਭਾਈ ਜੀ, 2.5 ਸਾਲ ਦਾ ਇਹ ਬੂਟਾ ਵਾ, ਤਾਂ ਇੰਨਾ ਇਹ ਹੋ ਚੁੱਕਾ, ਤਾਂ ਇਹ ਮੰਨਿਆ ਜਾ ਸਕਦਾ ਕਿ ਇਹ 10 ਸਾਲ ਹੋਰ ਜੇ ਲਾ ਲਈਏ ਤਾਂ ਇਹ ਬਹੁਤ ਲੱਕੜ ਨਿਕਲ ਆਊ ਇਹ 'ਚੋਂ। ਜਿਹੜੇ ਅਸੀਂ ਬੁੱਕਸ ਤੇ ਕਰਦੇ ਹਾਂ, ਬੁੱਕਸ ਜਿਹੜਾ ਲਿਖਿਆ ਹੋਇਆ, ਤੇ ਬੁੱਕਸ 'ਚ ਲਿਖਿਆ ਹੈ ਤੁਸੀਂ ਅਗਰ 12 ਤੋਂ 15 ਸਾਲ ਕਾਊਂਟ ਕਰੋਗੇ ਤੇ 15 ਤੋਂ 20 ਕਿਲੋ ਚੰਦਨ ਨਿਕਲੇਗੀ। ਤੇ ਅਸੀਂ ਐਵਰੇਜ ਲੈਂਦੇ ਆ, ਅਸੀਂ 17-18 ਕਿਲੋ ਐਵਰੇਜ ਲੈਂਦੇ ਹੈਗੇ, ਉਹਦਾ ਹੀ ਰੇਟ ਦੱਸਦੇ ਹਾਂ ਜੀ ਕਿ ਲਗਭਗ 5 ਤੋਂ 6 ਲੱਖ ਦਾ ਤੁਹਾਡਾ ਬੂਟਾ ਜਾਏਗਾ ਹੀ ਜਾਏਗਾ, ਇਸ ਤੋਂ ਕਮ ਜਾਣ ਹੀ ਨਹੀਂ ਵਾਲਾ। ਅੱਛਾ, ਥੋੜਾ ਜਿਹਾ ਇਹ ਵੀ ਦੱਸੋ, ਜਿਹੜੇ ਹੁਣ ਪੌਦੇ ਤਿਆਰ ਕੀਤੇ ਹੋਏ ਆ ਉਹ ਪਏ ਨੇ ਪੌਦੇ, ਹਾਂ ਉਹ ਵੀ ਆਪਾਂ ਥੋੜਾ ਜਿਹਾ ਦਿਖਾਈਏ ਦਰਸ਼ਕਾਂ ਨੂੰ। ਤਾਂ ਦੇਖੋ ਤੁਸੀਂ ਸਿਰਫ ਇੱਥੇ ਜਿਹੜਾ ਇਹਨਾਂ ਦੇ ਵੱਲੋਂ ਇੱਕ ਚਲੋ ਇਨਵੈਸਟਮੈਂਟ ਵੀ ਆ, ਤੇ ਨਾਲ ਦੀ ਨਾਲ ਲੋਕਾਂ ਨੂੰ ਵੀ ਜ਼ਰੂਰ ਇਹ ਚੀਜ਼ ਦੇ ਬਾਰੇ ਦੱਸਿਆ ਜਾ ਰਿਹਾ। ਦੱਸਦੇ ਨੇ ਕਿ ਬਹੁਤ ਜ਼ਿਆਦਾ ਹੁਣ ਅਵੇਅਰਨੈਸ ਲਗਾਤਾਰ ਵੱਧਦੀ ਜਾ ਰਹੀ ਹੈ, ਲੋਕ ਬਹੁਤ ਮਤਲਬ ਆ ਰਹੇ ਨੇ, ਔਰ ਬੂਟਿਆਂ ਦੀ ਜਿਹੜੀ ਖਰੀਦੋ ਫਰੋਖਤ ਵੀ ਹੋ ਰਹੀ ਹੈ, ਨਾਲ ਦੀ ਨਾਲ ਲੋਕ ਸਕਸੈਸ ਦੇ ਵੱਲ ਵੀ ਵੱਧ ਰਹੇ ਨੇ। ਤਾਂ ਤੁਸੀਂ ਦੇਖ ਸਕਦੇ ਹੋ, ਇਹ ਦੇਖੋ ਜੀ ਤੁਸੀਂ ਆਹ ਚੰਦਨ ਦੇ ਪੌਦੇ ਨੇ। ਤਾਂ ਜੇ ਤੁਹਾਨੂੰ ਦਿਖਾਇਆ ਜਾਵੇ, ਮੈਂ ਜੇ ਦੇਖੀਏ ਭਾਜੀ, ਇਹਨੂੰ ਜੇ ਆਪਾਂ ਚੱਕ ਸਕਦੇ ਹਾਂ ਜੀ। ਆਹ ਦੇਖੋ ਜੀ ਤੁਸੀਂ, ਜੇ ਟੋਨੀ ਦਿਖਾਵੇਂ ਤਾਂ ਆਹ ਦੇਖੋ ਜੀ, ਇਹ ਚੰਦਨ ਦਾ ਪੌਦਾ ਜੀ। ਇਹ ਭਾਜੀ ਕਿੰਨੀ ਦੇਰ ਦਾ ਜੀ ਇਹ ਪੌਦਾ? ਇਹ ਜੀ 2 ਸਾਲ ਦਾ ਬੂਟਾ ਹੈਗਾ। ਠੀਕ ਹੈ, 2 ਸਾਲ ਦਾ। ਹਾਂਜੀ, 2 ਸਾਲ ਦਾ ਬੂਟਾ ਹੈਗਾ। ਅਸੀਂ ਕਿਸੇ ਨੂੰ ਕਿਸਾਨ ਨੂੰ ਵੀ 1 ਸਾਲ ਵਾਲਾ ਨਹੀਂ ਦਿੰਦੇ, ਕਿਉਂਕਿ 1 ਸਾਲ ਵਾਲਾ ਮਰ ਜਾਂਦਾ ਹੈ ਪੌਦਾ। ਤੇ ਇਹਦੀ ਹਾਈਟ ਵੇਖੋਗੇ ਤਾਂ ਨੀਅਰ अबाउट 2 फुट द हैगी है। जितने भी बूटे हैंगे 2+ एज में ही आपको मिलेंगे। ठीक है। उसमें क्या है कि आपको 2 ऑप्शंस दी जाती हैं, आप रिप्लेसमेंट के साथ लेना चाहते हैं तो आप वो भी ले सकते हैं, विदाउट रिप्लेसमेंट लेना तो वो भी ले सकते हैं। ਇਹ ਹੁਣ ਇਹ 2 ਮਹੀਨੇ ਦਾ ਬੂਟਾ ਵਾ? 2 साल ਦਾ। 2 ਸਾਲ ਦਾ, 2 ਸਾਲ ਦਾ ਬੂਟਾ ਵਾ। ਠੀਕ ਹੈ, ਤੇ ਇਹ ਫਿਰ ਤੁਸੀਂ ਜਿਹੜਾ ਜ਼ਮੀਨ ਚ ਲਾਉਂਦੇ ਹੋ ਉਹਦੀ ਗਰੋਥ ਜ਼ਿਆਦਾ ਹੋ ਜਾਂਦੀ ਹੈ? ਇਹ ਪੈਰਾਸਾਈਟ ਪੌਦਾ ਹੈਗਾ, ਜਦ ਤੱਕ ਇਹਨੂੰ ਵੱਡੇ ਪੌਦੇ ਦੀ ਜੜ ਨਹੀਂ ਮਿਲੇਗੀ ਇਹਨੇ ਗਰੋਥ ਨਹੀਂ ਕਰਨਾ। ਠੀਕ ਹੈ। ਤੇ ਵੱਡੇ ਪੌਦੇ ਦੀ ਗਰੋਥ ਜਦ ਮਿਲੇਗੀ 6 ਤੋਂ 9 ਮਹੀਨੇ ਲੱਗਦੇ ਆ ਕਿ ਆਪਣੀ ਜੜ ਮਿਲਾਉਣ ਤੋਂ। ਉਸ ਤੋਂ ਪਹਿਲਾਂ ਅਸੀਂ ਜਿਵੇਂ ਲਾਲ ਮਹਿੰਦੀ ਹੈਗੀ ਹੈ ਪੌਦੇ ਦੇ ਨਾਲ, ਇਹ ਤੁਹਾਨੂੰ ਦਿੰਦੇ, ਇਹ ਵੀ ਐਜ਼ ਅ ਹੋਸਟ ਟ੍ਰੀਟ ਕਰਦੀ ਹੈ। ਬਿਲਕੁਲ ਤੁਹਾਨੂੰ ਦਿਖਾਇਆ ਜਾਵੇ, ਜਿਵੇਂ ਦੱਸ ਰਹੇ ਨੇ ਭਾਜੀ ਕਿ ਆ ਤੁਸੀਂ ਦੇਖੋ, ਇਹ 2 ਸਾਲ ਦਾ ਪੌਦਾ ਹੈਗਾ ਜੀ ਚੰਦਨ ਦਾ। ਤਾਂ ਇਹਦੇ ਨਾਲ ਇਹ ਲਾਲ ਮਹਿੰਦੀ ਹੈ ਜਿਹੜਾ, ਇਹ ਕਹਿੰਦੇ ਨੇ ਕਿ ਜਿਵੇਂ ਕਹਿੰਦੇ ਪਰਿਜੀਵੀ ਪੌਦਾ ਵਾ, ਤੇ ਇਹ ਇਹਦੇ ਨਾਲ ਆ ਇਹ ਭਾਜੀ ਵੱਧ ਪਾਣੀ ਪੂਣੀ ਸੋਖ ਲੈਂਦਾ ਹੋਊਗਾ। ਇਹ ਜੀ ਇਹਨੂੰ ਹੈਲਪ ਕਰਦੀ ਹੈ, ਨਾਈਟ੍ਰੋਜਨ ਇਨਟੇਕ ਕਰ ਰਹੀ ਹੈ, ਨਾਈਟ੍ਰੋਜਨ ਪਲਾਂਟ ਲੈ ਰਿਹਾ। ਠੀਕ ਹੈ। ਤੇ ਅਗਰ ਅਸੀਂ ਨਹੀਂ ਏਅਰ ਲਗਾਵਾਂਗੇ ਤਾਂ ਮਰ ਜਾਏਗਾ। ਠੀਕ ਹੈ। ਤੇ ਅਸੀਂ ਤੁਹਾਡੇ ਸਾਰੇ ਜਿੰਨੇ ਵੀ ਬੂਟੇ ਹੈਗੇ ਤੁਹਾਨੂੰ ਜਿਹੜੇ ਫਾਰਮਰਸ ਨੂੰ ਦੇਵਾਂਗੇ, ਉਹਦੇ ਨਾਲ ਅਸੀਂ ਸਾਰਾ ਕੁਝ ਕਰਕੇ ਦੇਵਾਂਗੇ। ਇਹ ਨਹੀਂ ਹੈਗਾ ਕਿ ਐਵੇਂ ਦੇ ਦਿੱਤਾ ਤੇ ਬੂਟੇ ਮਰ ਗਏ। ਪੂਰਾ ਸਮਝਾਵਾਂਗੇ, A to Z ਚੀਜ਼ਾਂ ਬਤਾਵਾਂਗੇ ਕਿ ਕਿਵੇਂ ਤੁਸੀਂ ਆਪਣੀ ਗਰੋਥ ਲੈ ਸਕਦੇ। ਤੇ ਸਕਸੈਸ ਸਟੋਰੀਜ਼ ਵੀ ਆਉਂਦੀਆਂ ਨੇ ਤੁਹਾਡੇ ਕੋਲ, ਫੀਡਬੈਕ ਆਉਂਦੀ ਹੈ ਤੁਹਾਡੇ ਕੋਲ ਕਿ ਕਿੱਦਾਂ ਜਿਹੜਾ ਚੱਲ ਰਿਹਾ? सर फीडबैक के हिसाब से बस आपको क्या करना है, केयर करनी है। अगर आप केयर कर सकते हो तो चंदन की खेती करो, अगर आप केयर नहीं कर सकते हो तो चंदन की खेती मत करो। ठीक है। सिर्फ ये पौधा आपसे केयर मांगता है। केयर में क्या है, आपकी सफाई। ठीक है। पहली सफाई है और पानी कम देना है। पानी बाय हर किसी का अलग जाएगा, क्योंकि हर किसी की ज़मीन अलग है। और उसके बाद हम आपको टोटल समझाते हैं कि कैसे चंदन की खेती करनी है। सिर्फ आपको ध्यान रखना है पौधे का, हर रोज जाके हर 2 या 3 दिन बाद विजिट करनी है कि हाँ भी पौधा सही। ਮਤਲਬ ਐ ਨਹੀਂ ਹੈਗਾ ਕਿ ਆਪਾਂ ਜਿਵੇਂ ਲਾ ਕੇ, ਜਿਵੇਂ ਆਪਾਂ ਸਫੈਦੇ ਜਾਂ ਹੋਰ ਚੀਜ਼ਾਂ ਹੁੰਦੀਆਂ ਪਪੂਲਰ ਵਗੈਰਾ ਲਾ ਕੇ ਛੱਡਤਾ, ਇਹਦਾ ਸੰਭਾਲ ਕਰਨੀ ਪੈਣੀ ਹੈ, ਦੇਖਣਾ ਪੈਣਾ। ਜਿਵੇਂ ਆ ਦਿਖਾਇਆ ਜਾਵੇ, ਇਹ ਸਾਫ਼ ਸਫਾਈ ਗੋਡੀ ਪੂਰੀ ਵਧੀਆ ਕੀਤੀ ਹੋਈ ਹੈ।
बिल्कुल इसकी सफाई रखनी है, क्योंकि इसको डिजीज़ बहुत जल्दी लगती है, तो डिजीज़ से बचाना पड़ता है। मेन क्या, अगर आप सफाई रखते रहोगे तो डिजीज़ भी नहीं लगेगी, दवाई भी नहीं गिरेगी, तो एट द एंड तो पैसा फार्मर का ही सेव होना है। अगर डिजीज़ लगेगी तो उसकी दवाई भी लगेगी। ठीक है। ਤਾਂ ਬਿਲਕੁਲ ਰੈਡੀਸਨ ਪਲਾਂਟੇਸ਼ਨ ਤੇ ਮੌਜੂਦ ਹਾਂ। ਲਗਾਤਾਰ ਚੰਦਨ ਦੀ ਖੇਤੀ ਦੇ ਬਾਰੇ ਤੁਹਾਨੂੰ ਦੱਸਿਆ ਜਾ ਰਿਹਾ, ਤਾਂ तमाम ਤਰ੍ਹਾਂ ਦੀਆਂ ਚੀਜ਼ਾਂ ਦੇ ਬਾਰੇ ਦੱਸਿਆ ਹੈ ਕਿ ਕਿਵੇਂ ਇਹ ਪੌਦਾ ਜਿਹੜਾ ਲਿਆ ਜਾ ਸਕਦਾ ਹੈ, ਕਿੱਥੋਂ ਤੁਸੀਂ ਲੈ ਸਕਦੇ ਹੋ, ਕਿਵੇਂ ਇਹਨੂੰ ਤਿਆਰ ਕਰਨੇ ਆ ਤੇ ਕਿਵੇਂ ਇਹਦੀ ਮਾਰਕੀਟਿੰਗ ਆ, ਤਾਂ ਕਿੰਨੇ ਤੁਸੀਂ ਪੈਸੇ ਕਮਾ ਸਕਦੇ ਹੋ। ਜਿਵੇਂ ਬਾਰ-ਬਾਰ ਤੁਹਾਨੂੰ ਜਿਵੇਂ ਦੱਸਿਆ, ਜੋ ਲਿਖਿਆ ਵੀ ਹੋਇਆ ਕਿ 1 ਏਕੜ ਤੋਂ 30 ਕਰੋੜ ਰੁਪਏ ਤੱਕ ਵੀ ਬਣ ਸਕਦਾ। ਅਮੂਮਨ ਤੁਸੀਂ ਜੇਕਰ 300 ਬੂਟੇ ਲਗਾ ਲੈਂਦੇ ਹੋ ਇਹਦੇ, ਤਾਂ ਉਹ ਤੋਂ ਹੀ 10 ਕਰੋੜ ਰੁਪਏ ਬਣ ਜਾਂਦਾ। ਤਾਂ ਤੁਸੀਂ ਦੇਖੋ ਕਿ ਨੌਲੇਜ ਆ ਦੇਖੋ ਪਿੱਛੇ ਕੰਮ ਵੀ ਚੱਲ ਰਿਹਾ, ਜਿਵੇਂ ਬਾਈ ਜੀ ਕਹਿ ਰਹੇ ਨੇ। ਆ ਦੇਖੋ ਇਹ ਮਤਲਬ ਇਹਦੀ ਪੂਰੀ ਗੋਡੀ ਕਰ ਰਿਹਾ। ਕੋਈ ਬਹੁਤ ਵੱਡਾ ਤਾਮ-ਝਾਮ ਨਹੀਂ ਹੈਗਾ ਕਿ ਤੁਹਾਨੂੰ ਬਹੁਤ ਮਹਿੰਗੇ ਕੋਈ ਟਰੈਕਟਰ ਚਾਹੀਦੇ ਨੇ। ਭਾਜੀ ਇਹ ਵੀ ਚੀਜ਼ ਆ, ਇਹ ਟਰੈਕਟਰ, ਰੋਟਾਵੇਟਰ, ਸਾਰੀਆਂ ਚੀਜ਼ਾਂ, ਤਵੀਆਂ ਉਹ ਕੰਮ ਖਤਮ ਆ, ਇਹੋ ਜਿਹੀਆਂ ਚੀਜ਼ਾਂ ਦੇ ਨਾਲ ਸਰ ਜਾਣਾ। ਤੇ ਇਹਦੇ ਨਾਲ ਇੱਕ ਤਾਂ ਬੰਦਾ ਰੋਟਾਵੇਟਰ ਦੇ ਨਾਲ ਹੀ ਬੰਦਾ ਜ਼ਰੂਰੀ ਹੈਗਾ, ਉਹ ਤਾਂ ਹੈਗਾ ਨਹੀਂ ਆਪਣੇ ਆਪ ਚੱਲ ਪਊ। ਠੀਕ ਹੈ। ਤੇ ਇਹਦੇ ਨਾਲ ਕੀ ਹੁੰਦਾ ਹੈ ਕਿ ਤੁਹਾਡਾ ਪੌਦਾ ਸੇਫ ਰਹਿੰਦਾ ਹੈਗਾ। ਅਸੀਂ ਜਿਵੇਂ ਰੋਟਾਵੇਟਰ ਚਲਾਉਂਦੇ ਆ ਤਾਂ ਸਾਡੇ ਹੱਥ ਤੋਂ ਕਈ ਵਾਰ ਛੱਡ ਜਾਂਦਾ ਹੈਗਾ ਤੇ ਉਹ ਪੌਦੇ ਦੇ ਉੱਤੇ ਚੜ ਜਾਂਦਾ ਹੈਗਾ, ਤੇ ਇਹਦੇ ਤੇ ਪੂਰਾ ਕੰਟਰੋਲ ਰਹਿੰਦਾ। ਜਿਵੇਂ ਤੁਸੀਂ ਪੌਦੇ ਦੇ ਨਾਲ ਚਾਰੋਂ ਤਰਫ ਚਲਾਉਣਾ ਹੈਗਾ, ਤੇ ਇਹ ਸਭ ਤੋਂ ਬੈਸਟ ਇਕਵਿਪਮੈਂਟ ਹੈਗਾ। ਤੁਸੀਂ ਆਰਾਮ ਨਾਲ ਬਹਿ ਕੇ ਵੀ ਨਹੀਂ ਕਰ ਸਕਦੇ, ਆਰਾਮ ਨਾਲ ਤੁਸੀਂ ਜਿਹੜੀ ਗੋਲੀ ਮਾਰਨੀ ਹੈ 2 ਮਿੰਟਾਂ 'ਚ ਹੋ ਜਾਂਦੀ ਹੈਗੀ। ਠੀਕ ਹੈ, ਬਿਲਕੁਲ। ਤੇ ਆਹ ਦੇਖੋ ਤੁਸੀਂ, ਇਹ ਆਪਣੇ ਕੋਲ ਕੁਝ ਲੋਕ ਨੇ, ਇਹ ਆਏ ਨੇ ਖਾਸ ਤੌਰ ਤੇ ਪੌਦੇ ਲੈਣ ਆਏ ਹੋਏ ਨੇ। ਬਾਈ ਜੀ ਉਹਨਾਂ ਨਾਲ ਗੱਲਬਾਤ ਕਰ ਲੈਣਾ। ਬਾਈ ਜੀ ਕਿੱਥੋਂ ਆਏ ਜੀ? जींद से है जी, जींद तो आए। गांव मुरखी। ठीक है। हाँ जी। ते ये चंदन स्पेशल इसके बारे में पूछने आए। हाँ भाई, ये मतलब के प्रोग्राम है इसमें, के मिला के चलेगा ये पेड़? ये बोलते हैं पैसा बहुत है इसमें। ऐसे ही तो 300 बूटे से 10 करोड़ रुपए बन सकता है। और ये बात सच भी है, ये बात सच भी है। इंटरनेट पे अगर आप देखें भाजी, जिवें आप तुसी गल कर रहे सी, आप बैठे सी, तो मैं लगता कि ये असल बात है भी ऐसा। हाँ ऐसा है जी, वे तो इतनी दूरी तोड़ाए, तो इसका पूरा परिचय लेवांगे, फिर आगे काम और बढ़ावांगे। किसान तो बहुत अच्छी तरीके से कर सकता है। इतनी जगह तो वैसे ही छोड़ी होती है खेतों में। बिल्कुल होती है। 1 एकड़ का प्रोजेक्ट का है लगभग, तो सीधा ਤੁਸੀਂ ਵੀ ਬਾਈ ਜੀ ਨਾਲ ਹੀ ਉੱਥੋਂ ਹੀ? यही सेम। ਜੀਨ ਤੋਂ ਹੀ हाँ जी। ਹੈਗਾ ਮੂਡ ਚੰਦਨ ਦੀ ਖੇਤੀ ਕਰਨ ਦਾ? हाँ, चंदी खेती करेंगे बिल्कुल। 2 एकड़ में लगाने की कोशिश है। अब ये भाई बता रहा था कि जींद में रूपगढ़ में भी लगा रखा है, तो वहाँ भी देख के आएंगे। अब इस भाई से जानकारी लेंगे भाई इसका कैसे क्या करना है, तो इसीलिए हम आए थे। ਜੈਸੇ ਜਿੱਦਾਂ ਇਹ ਦੱਸ ਰਹੇ ਆ, ਇੰਨਾ ਮੈਨੂੰ ਲੱਗਦਾ ਕਿ ਮੁਨਾਫੇ ਵਾਲਾ, ਪ੍ਰੋਫਿਟ ਵਾਲਾ ਖੇਤੀ ਦੇ ਵਿੱਚ ਤਾਂ ਕੋਈ ਚੀਜ਼ ਨਹੀਂ ਹੈਗੀ। हम भी 10 एकड़ किसान हैं, 2 एकड़ में हम इंटरेस्ट करके देखेंगे भाई ये ठीक रहेगा कि नहीं रहेगा। अगर बढ़िया होगा तो और भी जागरूक करेंगे। ਨਹੀਂ, ਔਰ ਗੱਲ ਵੱਡੀ ਇਹ ਹੈ, ਜਿਵੇਂ ਭਾਈ ਤੁਸੀਂ ਕਹਿ ਰਹੇ ਸੀ, ਕੱਲੀ ਇਹਨੂੰ ਨਹੀਂ ਲਾਉਣ ਦੀ ਲੋੜ, ਕਣਕ ਵੀ ਨਾਲ ਲਾ ਸਕਦੇ ਹੋ, ਹੋਰ ਵੀ ਚੀਜ਼ਾਂ ਲਾ ਸਕਦੇ ਹੋ। 50% ਤੁਹਾਨੂੰ ਖਾਲੀ ਮਿਲੇਗੀ ਜਗ੍ਹਾ, ਜਿੰਦੇ ਤੁਸੀਂ ਸਿਰਫ ਪਾਣੀ ਵਾਲੀ ਚੀਜ਼ ਨਹੀਂ ਕਰਨੀ, ਜਿਵੇਂ ਜੀਰੀ ਨਹੀਂ ਕਰਨੀ ਤੇ ਨਾਲ ਸ਼ੂਗਰ ਕੇਨ, ਗੰਨਾ ਨਹੀਂ ਕਰਨਾ, ਗੰਨਾ ਤੇ ਝੋਨਾ, ਤੇ ਤੁਸੀਂ ਉਹ ਨਹੀਂ ਕਰਨਾ। ਬਾਕੀ ਤੁਸੀਂ ਕੁਝ ਮਰਜ਼ੀ ਕਰੋ, ਤੁਹਾਡੀ ਰੈਗੂਲਰ ਇਨਕਮ ਬਰਕਰਾਰ ਹੀ रहेगी, वो नहीं किधर जाने में लगेगी। बिल्कुल कोई मर्जी सब्जी लगा सकते हो, कोई मर्जी सब्जी लगा सकते हो, सिर्फ पानी वाली चीज़, जिससे इस पौधे को पानी कम चाहिए। ऐसा ना हो कि आप उसको पानी दो और इसको खराब। बारिश के मौसम में हम आपको बताएंगे कि कैसे तरीके से हम पौधा बचा सकते हैं। तो इसी चक्कर में कि भाई किसी के पौधे खराब ना हो, हम ट्रेनिंग देते हैं। जब भी आप आओगे तो हम आपको ट्रेनिंग प्रोवाइड करेंगे। ਅੱਛਾ, ਥੋੜਾ ਟ੍ਰੇਨਿੰਗ ਦੇ ਬਾਰੇ ਵੀ ਦੱਸ ਦਿਓ, ਉਹਦੀ ਕੀ ਕਾਸਟ ਹੁੰਦੀ ਹੈ, ਉਹ ਕਿਵੇਂ ਸੰਪਰਕ ਹੋ ਸਕਦਾ? ਉਹ ਫ੍ਰੀ ਆਫ ਕੋਸਟ ਹੈਗੀ ਜੀ, ਕੋਈ ਟ੍ਰੇਨਿੰਗ ਨਹੀਂ ਹੈ, ਫ੍ਰੀ ਹੈਗੀ ਹੈ। ਤੇ ਬਸ ਹੈਗਾ ਕਿ ਅਸੀਂ ਚਾਹੁੰਦੇ ਆ ਜਿਹਨੂੰ ਵੀ ਪੌਦੇ ਦੇਣ ਉਹ ਵੱਡੇ ਕਰਕੇ ਦੇ ਸਾਨੂੰ। ਮਤਲਬ ਸਾਡਾ ਵੀ ਦਿਲ ਖੁਸ਼ ਹੋਏ ਕਿ ਅਗਰ ਅਸੀਂ ਸੰਗਰੂਰ ਲਗਾਇਆ ਤੇ ਸੰਗਰੂਰ ਵਾਲੇ ਸਾਨੂੰ ਫੋਟੋ ਭੇਜਣ ਕਿ ਅਸੀਂ ਸਾਡੇ 15-15 20 ਫੁੱਟ ਦੇ ਹੋ ਗਏ। ਮੇਨ ਗੱਲ ਹੈ ਕਿ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਫਾਰਮਰ ਦਾ। ਜਦ ਤੁਹਾਨੂੰ ਨੌਲੇਜ ਹੈਗੀ ਆ, ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ। ਅਗਰ ਤੁਹਾਨੂੰ ਨੌਲੇਜ ਨਹੀਂ ਹੈਗੀ ਤਾਂ ਫਿਰ ਤੁਹਾਡਾ ਕੰਮ ਕਰਨਾ ਮੁਸ਼ਕਿਲ ਹੋ ਜਾਏਗਾ। ਅਸੀਂ ਨੌਲੇਜ ਹੀ ਤੁਹਾਨੂੰ ਸ਼ੇਅਰ ਕਰਦੇ ਹਾਂ ਕਿ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ। ਮੇਨ ਗੱਲ ਤਾਂ ਹੈਗੀ ਹੈ, ਅਸੀਂ ਜਿਹੜੇ 14-14 15-15 ਫੁੱਟ ਦੇ ਪੌਦੇ ਹੋ ਗਏ ਆ, ਅਸੀਂ ਸਾਨੂੰ ਕੀ ਲੱਗਿਆ, ਕਿਵੇਂ ਅਸੀਂ ਬਚਾਉਣਾ ਹੈ ਪੌਦਾ। ਮੇਨ ਤੁਹਾਨੂੰ ਟ੍ਰੇਨਿੰਗ ਵਿੱਚ ਇਹੀ ਦੱਸਿਆ ਜਾਏਗਾ ਕਿ ਤੁਸੀਂ ਪੌਦਾ ਕਿਵੇਂ ਬਚਾਉਣਾ ਹੈਗਾ। ਅਗਰ ਉਹ ਲਾਈਵ ਰਹੇਗਾ ਤਾਂ ਵਧੇਗਾ। ਉਹ ਵੱਡੀ ਗੱਲ ਆ, ਜੇ ਬਚ ਗਿਆ ਤਾਂ ਹੀ ਜਿਹੜੀ ਵਾਪਸੀ ਆ ਪਾਣੀ ਆ। ਅੱਛਾ, ਇੱਕ ਚੀਜ਼ ਥੋੜੀ ਜਿਹੀ ਇਹ ਦੱਸੋ, ਆਖਰੀ 1-2 ਮਿੰਟ ਤੁਹਾਡੇ ਹੋਰ ਲੈਣੇ ਆ, ਕਿ ਜਿਹੜਾ ਚੰਦਨ ਦੀ ਡਿਮਾਂਡ ਕਹਿੰਦੇ ਮਾਰਕੀਟ ਬਹੁਤ ਹੈ ਇਹਦੀ ਹਰ ਚੀਜ਼ ਦੀ ਡਿਮਾਂਡ ਹੈ। ਜਿਵੇਂ ਪਹਿਲਾਂ ਗੱਲ ਕਰਕੇ ਹਟਿਆ, ਸਮਾਨ ਖੜਦਾ ਨਹੀਂ, ਨਾਲ ਦੀ ਨਾਲ ਨਿਕਲ ਜਾਂਦਾ। ਇਹ ਜੀ 300% ਜਿਵੇਂ ਡਿਮਾਂਡ ਹੈਗੀ ਹੈ, ਸਿਰਫ 30% ਪ੍ਰੋਡਕਸ਼ਨ ਹੈ ਆਲ ਓਵਰ ਵਰਲਡ। ਅੱਛਾ। ਤੇ ਪੂਰਾ ਅਸੀਂ ਪੰਜਾਬ ਹਰਿਆਣਾ ਵੀ ਮਿਲ ਕੇ ਲਗਾ ਦਈਏ ਨਾ, ਡਿਮਾਂਡ ਪੂਰੀ ਨਹੀਂ ਕਰ ਸਕਦਾ। ਤੇ ਇੰਡੀਅਨ ਸੈਂਡਲਵੁੱਡ ਦੀ ਡਿਮਾਂਡ ਸਭ ਤੋਂ ਹਾਈਐਸਟ, ਮਤਲਬ ਇਹਦੀ ਡਿਮਾਂਡ ਹੈਗੀ ਹੈ, ਔਰ ਜ਼ਿਆਦਾ ਅੱਛਾ ਪ੍ਰੋਡਕਟ ਹੈਗਾ।
ਇੰਡੀਅਨ ਜਿਹੜਾ ਸੈਂਡਲਵੁੱਡ ਹੈਗਾ। ਠੀਕ ਹੈ। ਬਾਕੀ ਜਿਹੜਾ ਵਰਲਡ ਵਿੱਚ ਸੈਂਡਲਵੁੱਡ ਹੁੰਦਾ ਇੰਨਾ ਜ਼ਿਆਦਾ ਡਿਮਾਂਡਿੰਗ ਨਹੀਂ ਹੈ ਜਿੰਨਾ ਇੰਡੀਆ ਦਾ ਡਿਮਾਂਡਿੰਗ ਹੈਗੀ। ਠੀਕ ਹੈ, ਮੈਨੂੰ ਲੱਗਦਾ ਇਹ ਦਵਾਈਆਂ 'ਚ ਵੀ ਕਹਿੰਦੇ ਪੈਂਦਾ, ਪਰਫਿਊਮ ਦੇ ਵਿੱਚ ਤਾਂ ਚਲੋ ਪੈਂਦਾ ਹੀ ਪੈਂਦਾ। ਤੇ ਅਗਰ ਤੁਸੀਂ ਇਹਦੀ ਰੱਖੋ ਤੇ ਇਹਦੀ ਲੀਵਸ ਦੀ ਗ੍ਰੀਨ ਟੀ ਬਣਦੀ ਹੈ ਤੇ ਇਹਦੇ ਜਿਹੜੇ ਉਹ ਹਵਨ ਸਮੱਗਰੀ ਹੋ ਗਈ, ਲੋਕੀ ਮੰਗਦਾ ਹੈਗਾ ਕਿ ਸਾਨੂੰ ਚੰਦਨ ਦੀ ਲੱਕੜੀ ਚਾਹੀਦੀ ਹੈ। ਤੇ ਅਗਰ ਤੁਸੀਂ ਹਰ ਇੱਕ ਚੀਜ਼ ਪਰਫਿਊਮ ਬਣਦਾ ਹੈਗਾ, ਈਵਨ ਦਾਰੂ ਵੀ ਬਣਦੀ ਹੈਗੀ ਇਹਨਾਂ ਦੀ। ਅਗਰ ਬਾਹਰ ਵੇਖੋਗੇ ਤਾਂ ਸੈਂਡਲਵੁੱਡ ਦੀ ਦਾਰੂ ਵੀ ਬਣਦੀ ਹੈਗੀ। ਤੇ ਇਹ ਤਾਂ ਹਰ ਚੀਜ਼ ਵਿੱਚ ਯੂਜ਼ ਹੋਣਾ ਹੈ। ਅਗਰ ਤੁਸੀਂ ਫੇਸ ਪੈਕ ਲਗਾਓਗੇ ਤਦ ਯੂਜ਼ ਹੋਣਾ ਹੈ, ਖੁਸ਼ਬੂ ਲਗਾਓਗੇ ਤਦ ਵੀ ਯੂਜ਼ ਹੋਣਾ ਹੈਗਾ। ਤੁਸੀਂ ਅਗਰ ਮਤਲਬ ਜਿਵੇਂ ਮੇਰੇ ਬ੍ਰਦਰ ਹੈਗੇ ਆ, ਉਹ ਵੀ ਇੱਕ ਕਨਸੈਪਟ ਦੇ ਕੰਮ ਕਰ ਰਹੇ ਆ, ਉਹ ਵੀ ਚੰਦਨ ਦੇ ਨਾਲ ਰਲਿਆ ਹੋਇਆ ਹੈਗਾ। ਮਤਲਬ देयर आर मैनी यूजेस, इसका यूजेस का अंत ही नहीं है कहीं से सैंडल। ਤਾਂ ਬਿਲਕੁਲ ਤੁਸੀਂ ਇਹ ਦੇਖਿਆ ਜੀ, ਚੰਦਨ ਦੀ ਖੇਤੀ ਹੈ ਜਿਹੜੀ ਤੁਹਾਨੂੰ ਬਿਲਕੁਲ ਜਿਹੜਾ ਵਾਕਈ ਕਰੋੜਪਤੀ ਕਰ ਸਕਦੀ ਹੈ, ਲੱਖਪਤੀ ਜਿਹੜੀ ਕਿਸਾਨ ਹੁੰਦੇ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਜਿਹੜੀ ਇਹ ਇਨਵੈਸਟਮੈਂਟ ਹੈ ਮੈਨੂੰ ਲੱਗਦਾ ਕਿ ਕੋਈ 12 ਸਾਲ ਬਹੁਤ ਜ਼ਿਆਦਾ ਨਹੀਂ ਹੁੰਦੇ, ਤਾਂ ਇਹਦੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ। ਔਰ ਇੱਕ ਚੀਜ਼ ਤੁਹਾਨੂੰ ਹੋਰ ਸ਼ੇਅਰ ਕਰ ਦਈਏ ਭਾਈ, ਤੁਸੀਂ ਇੱਕ ਚੀਜ਼ ਇਹ ਵੀ ਦੱਸ ਰਹੇ ਸੀਗੇ ਕਿ ਜਿਹੜੇ ਇਹਦੇ ਜਿਹੜੀ ਪ੍ਰੂਨਿੰਗ ਕਰਦੇ ਹੋ ਤਾਂ ਉਹ ਵੀ ਲੋਕੀ ਲੈਣ ਆਉਂਦੇ ਨੇ, ਜਿਹੜੀ ਉਹ ਚੀਜ਼ ਹੁੰਦੀ ਹੈ ਜਿਹੜੀ ਆਪਾਂ ਸਿੱਟ ਦਿੰਦੇ ਆ, ਜਿਵੇਂ ਇਹਦੀ ਉਹ ਵੀ ਤੁਸੀਂ ਸਾਂਭ ਕੇ ਰੱਖਦੇ ਹੋ, ਉਹ ਵੀ ਵਿਕਦੀ ਆ, ਮਤਲਬ ਇੰਨਾ ਜ਼ਿਆਦਾ ਇਹ ਡਿਮਾਂਡਿੰਗ ਆ। ਜਿਵੇਂ ਸੰਸਕਾਰ ਵਿੱਚ ਲੋਕੀ ਮੰਗਦਾ ਕਿ ਸਾਨੂੰ ਚੰਦਨ ਦੀ ਲੱਕੜੀ ਚਾਹੀਦੀ ਹੈ ਤੇ ਆਂਦੇ ਸਾਡੇ ਕੋਲ ਲੈ ਕੇ ਜਾਂਦੇ ਹੈਗੇ ਕਿ ਤੁਹਾਡਾ ਜਿਵੇਂ ਐਸ ਸੈਪ ਹੈ ਤਾਂ ਸੈਪਵੁੱਡ ਹੀ, ਤੇ ਸੰਸਕਾਰ ਵਿੱਚ ਜਿਵੇਂ ਸਾਡੇ ਇੰਡੀਅਨ ਹੈਗੇ ਕਿ ਉਹਦੇ ਚੰਦਨ ਦੀ ਲੱਕੜੀ ਬਣੇ ਹੋਏ ਆ ਕਿ ਚੰਦਨ ਦੀ ਲੱਕੜੀ ਹੋਣੀ ਚਾਹੀਦੀ ਹੈ, ਤੇ ਸਾਡੇ ਕੋਲ ਆਂਦੇ ਲੱਕੜੀ ਲੈ ਕੇ ਜਾਂਦੇ ਆ। ਤਾਂ ਬਿਲਕੁਲ ਇਹ ਹੈ ਜੀ, ਤੁਸੀਂ ਚੰਦਨ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਮਾਲਾਮਾਲ ਹੋ ਸਕਦੇ ਹੋ, ਬਹੁਤ ਪੈਸੇ ਕਮਾ ਸਕਦੇ ਹੋ। ਤਾਂ ਇਹਦਾ ਮੰਤਵ ਬਿਲਕੁਲ ਇਹੀ ਸੀਗਾ, ਇਸ ਇੰਟਰਵਿਊ ਨੂੰ ਦਿਖਾਉਣ ਦਾ, ਤੁਹਾਡੇ ਤੱਕ ਪਹੁੰਚਾਉਣ ਦਾ। ਤੁਸੀਂ ਵੀ ਇੱਕ ਦੂਜੇ ਨਾਲ ਸਾਂਝੀ ਕਰਿਓ ਜ਼ਰੂਰ ਇਹ ਵੀਡੀਓ, ਕਿਉਂਕਿ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਇਹ ਵੀਡੀਓ ਜੇਕਰ ਸਹੀ ਢੰਗ ਦੇ ਨਾਲ, ਸਹੀ ਸਮਝ ਦੇ ਨਾਲ ਜੇਕਰ ਤੁਸੀਂ ਇਹ ਕੰਮ ਕਰੋ। ਜੇਕਰ ਤੁਸੀਂ ਚੰਦਨ ਦੇ ਪੌਦੇ ਲਗਾ ਲਓ ਤਾਂ ਤੁਸੀਂ ਬਿਲਕੁਲ ਮਾਲਾਮਾਲ ਹੋ ਸਕਦੇ ਹੋ, ਕਿਉਂਕਿ ਇਸ ਦੌਰ ਦੇ ਵਿੱਚ ਜਦੋਂ ਖੇਤੀ ਖਰਚੇ ਬਹੁਤ ਜ਼ਿਆਦਾ ਨੇ, ਕਿਸਾਨੀ ਜਿਹੜੀ ਹੈਗੀ ਆ ਮਹਿੰਗਾ ਸੌਦਾ ਬਣ ਗਈ, ਤਾਂ ਵੱਡੇ ਜਿਹੜੀਆਂ ਖੇਤਾਂ ਦੇ ਵਿੱਚ ਕਈ ਜਿਹੜੀਆਂ ਫਸਲਾਂ ਲਗਾਈਆਂ, ਬਦਲਵੀਆਂ ਜਿਹੜੀਆਂ ਫਸਲਾਂ ਬੀਜ ਕੇ, ਬਦਲਵੇਂ ਜਿਹੜੇ ਖੇਤੀ ਕਿੱਤੇ ਕਰਕੇ, ਸਹਾਇਕ ਕਿੱਤੇ ਕਰਕੇ ਤੁਸੀਂ ਬਹੁਤ ਪੈਸੇ ਕਮਾ ਸਕਦੇ ਹੋ। 300 ਬੂਟਾ 10 ਕਰੋੜ ਰੁਪਏ ਛੱਡ ਜਾਂਦਾ, 10 ਨਾ ਛੱਡੇ ਜੇ 7 ਵੀ ਛੱਡਦੇ ਤਾਂ ਬਹੁਤ ਹੁੰਦਾ। ਵੈਸੇ ਇੱਕ ਕਿੱਲੇ ਦੇ ਵਿੱਚ ਜੇਕਰ ਤੁਸੀਂ ਕਾਫੀ ਪੌਦੇ ਲਗਾ ਲਓ ਤਾਂ ਕਰੋੜਾਂ ਦੇ ਵਿੱਚ ਗੱਲ ਚਲੀ ਜਾਂਦੀ ਹੈ। ਜਿਵੇਂ ਕਹਿ ਰਹੇ ਨੇ ਕਿ 30 ਕਰੋੜ ਵੀ ਲੋਕਾਂ ਨੇ ਜਿਹੜੇ ਸਫਲ ਕਿਸਾਨ ਨੇ ਬਣਾਏ ਹੈਗੇ ਨੇ। ਸੋ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਗਗਨ ਬੇਦੀ, ਕਰਨਾਲ, ਹਰਿਆਣਾ।